हाँ जी राजे, अपना नेक्स्ट टॉपिक है दैट इज सेल साइकिल. Cell cycle in the sense the number of sessions or the number of events which are going to be occur which will further lead to the cell division. ठीक है. ਨੰਬਰ ਆਫ ਇਵੈਂਟਸ ਲਾਈਕ ਜਿਵੇਂ ਤੁਸੀਂ ਪੜ੍ਹਿਆ ਹੀ ਹੋਏਗਾ ਸੈੱਲ ਡਿਵੀਜ਼ਨ ਬਾਰੇ, ਵੈਦਰ ਇਨ ਕੇਸ ਆਫ ਮਾਈਟੋਸਿਸ ਵੈਦਰ ਇਨ ਕੇਸ ਆਫ ਮਿਓਸਿਸ, ਦੋਨਾਂ ਦੇ ਵਿੱਚ ਜਿਹੜਾ ਆਪਣੇ ਕੋਲ ਸਟਾਰਟਿੰਗ ਫੇਜ਼ ਆਉਂਦਾ ਦੈਟ ਇਜ਼ ਦਾ ਇੰਟਰਫੇਜ਼. ਠੀਕ ਹੈ. ਇੰਟਰਫੇਜ਼ ਤੋਂ ਬਾਅਦ ਫਰਦਰ ਪ੍ਰੋਫੇਜ਼, ਪ੍ਰੋਫੇਜ਼ ਤੋਂ ਬਾਅਦ ਮੈਟਾਫੇਜ਼, ਮੈਟਾਫੇਜ਼ ਤੋਂ ਬਾਅਦ ਐਨਾਫੇਜ਼, ਐਨਾਫੇਜ਼ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਟੀਲੋਫੇਜ਼. ਠੀਕ ਹੈ. ਲਾਈਕ ਇਨ ਦੈਟ ਵੇ. ਇਨ ਕੇਸ ਆਫ ਮਾਈਟੋਸਿਸ, ਮਾਈਟੋਸਿਸ ਦੇ ਵਿੱਚ ਤੁਸੀਂ ਕੀ ਕਰਦੇ ਹੋ ਦੈਟ ਇਜ਼ ਅ ਇਕੁਅਲ ਨੰਬਰ ਆਫ ਡਿਵੀਜ਼ਨ. ਇਕੁਅਲ ਡਿਵੀਜ਼ਨ ਜਿਹੜੀ ਆ ਉਹ ਟੇਕ ਪਲੇਸ ਹੁੰਦੀ ਹੈ. ਦੈਟਸ ਵਾਈ ਇਟ ਇਜ਼ ਟਰਮ ਟੂ ਬੀ ਐਜ਼ ਇਕੁਟੋਰੀਅਲ ਟਾਈਪ ਆਫ ਡਿਵੀਜ਼ਨ. ਠੀਕ ਹੈ. ਕਿ ਕ੍ਰੋਮੋਸੋਮ ਨੰਬਰ ਜਿਹੜਾ ਵਾ ਐਜ਼ ਇਟ ਇਜ਼ ਲਈ ਇਕੁਅਲ ਰਹਿੰਦਾ ਵਾ. ਠੀਕ ਹੈ. ਬਟ ਵੇਅਰ ਐਜ਼ ਇਨ ਕੇਸ ਆਫ ਮਿਓਸਿਸ, ਮਿਓਸਿਸ ਦੇ ਵਿੱਚ ਕੀ ਹੈ ਦੈਟ ਨੰਬਰ ਵਿਲ ਗੈਟ ਟੂ ਬੀ ਰਿਡਿਊਸਡ ਔਨ. ਬਟ ਹਾਂ ਉਸਦੇ ਵਿੱਚ ਵੀ ਦੋਨੋਂ ਕੇਸਿਸ ਜਿਹੜੀਆਂ ਨੇਗੀਆਂ ਕਿ ਇਕੁਏਸ਼ਨਲ ਟਾਈਪ ਡਿਵੀਜ਼ਨ ਵੀ ਹੁੰਦੀ ਆ ਔਰ ਰਿਡਕਸ਼ਨਲ ਟਾਈਪ ਡਿਵੀਜ਼ਨ ਵੀ ਹੁੰਦੀ ਹੈ. ਇਕੁਏਸ਼ਨਲ ਹੋਏਗੀ ਪਹਿਲਾਂ ਜਸਟ ਮੈਂ ਪਹਿਲਾਂ ਦੱਸ ਦਿੰਦੀ ਹਾਂ ਦੈਟ ਇਜ਼ ਅ ਰਿਡਕਸ਼ਨਲ 1. ਸੋ ਰਿਡਕਸ਼ਨਲ ਜਿਹੜੀ ਹੈ ਪਹਿਲੀ ਮਿਓਸਿਸ 1 ਦੇ ਵਿੱਚ ਹੋਏਗੀ. ਦੈਨ ਆਫਟਰ ਦੈਟ ਜਿਹੜੀ ਤੁਹਾਡੇ ਕੋਲ ਸੈਕਿੰਡ ਆਉਂਦਾ ਵਾ ਮਿਓਸਿਸ 2 ਦੈਟ ਵਿਲ ਹੈਲਪਿੰਗ ਹੈਵਿੰਗ ਅ ਇਕੁਟੋਰੀਅਲ ਟਾਈਪ ਆਫ ਡਿਵੀਜ਼ਨ. ਠੀਕ ਹੈ. ਸੋ ਮੀਨਸ ਪਹਿਲਾ ਜਿਹੜਾ ਨੰਬਰ ਹੈ ਉਸਦਾ ਰਿਡਿਊਸ ਔਨ ਹੋ ਜਾਂਦਾ ਐਂਡ ਫਰਦਰ ਇਟ ਵਿਲ proceeding towards a equatorial type of means equal number of distribution of the chromosomes. But in case of meiosis their number will be get to be reduced towards the half. ठीक है. So that is a different thing. I hope ਤੁਸੀਂ ਇਹ ਚੀਜ਼ਾਂ ਪੜ੍ਹੀਆਂ ਹੀ ਨਹੀਂ ਆ regarding the cell division, regarding mitosis as well as meiosis. ਬਟ ਆਪਾਂ ਗੱਲ ਕੀ ਕਰਨੀ ਹੈ ਕਿ ਸੈੱਲ ਸਾਈਕਲ ਕਿ ਇਹ ਜਿਹੜਾ ਪ੍ਰੋਸੈਸ ਹੈ ਇਹ ਕਿੱਦਾਂ ਰੈਗੂਲੇਟ ਹੁੰਦਾ ਵਾ, ਕਿ ਕੀ ਚੀਜ਼ਾਂ ਨੇਗੀਆਂ ਜਿਹੜੇ ਸੈੱਲ ਨੂੰ ਪ੍ਰੋਸੀਡ ਕਰਵਾਉਂਦੀਆਂ ਨੇ ਕਿ ਇਹ ਡਿਫਰੈਂਟ ਫੇਜ਼ਿਸ ਵੱਲ ਨੂੰ ਜਾਵੇ, ਵੈਦਰ ਪ੍ਰੋਫੇਜ਼, ਵੈਦਰ ਮੈਟਾਫੇਜ਼, ਵੈਦਰ ਐਨਾਫੇਜ਼ ਐਂਡ ਵੈਦਰ ਦ ਟੀਲੋਫੇਜ਼, ਲਾਈਕ ਇਨ ਦੈਟ ਵੇ. ਠੀਕ ਹੈ ਨਾ. ਜੋ ਇੱਕ ਸੀਰੀਜ਼ ਜਿਹੜੀ ਕੰਟੀਨਿਊਏਸ਼ਨ ਦੇ ਵਿੱਚ ਚੱਲਦੀ ਹੈ. ਐਂਡ ਦ ਮੋਸਟ ਇੰਪੋਰਟੈਂਟ ਫੇਜ਼ ਇਜ਼ ਦਾ ਇੰਟਰਫੇਜ਼. ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸੈੱਲ ਹੈ, ਸੈੱਲ ਨੇ ਜਦੋਂ ਡਿਵਾਈਡ ਕਰਨਾ ਤਾਂ ਸਟਾਰਟਿੰਗ ਫੇਜ਼ ਆਪਣੇ ਕੋਲ ਕਿ ਇੰਟਰਫੇਜ਼ ਹੈ. ਠੀਕ ਹੈ. ਵਿਚ ਇਜ਼ ਆਲਸੋ ਬੀ ਟਰਮਡ ਐਜ਼ ਏ ਰੈਸਟਿੰਗ ਫੇਜ਼. ਰੈਸਟਿੰਗ ਫੇਜ਼ ਉਹਨੂੰ ਆਪਾਂ ਕਹਿੰਦੇ ਹਾਂ. ਠੀਕ ਹੈ. ਐਂਡ ਰੈਸਟਿੰਗ ਫੇਜ਼ ਇਸ ਲਈ ਕਿਹਾ ਜਾਂਦਾ ਬਿਕੋਜ਼ ਉਸਦੇ ਵਿੱਚ ਸੈੱਲ ਜਿਹੜਾ ਆਪਣੇ ਆਪ ਨੂੰ ਕਹਿ ਲਓ ਕਿ ਰੈਸਟਿੰਗ ਕੰਡੀਸ਼ਨ ਦੇ ਵਿੱਚ ਹੈ ਅਤੇ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਿਹਾ ਫॉर द ਫਰਦਰ ਡਿਵੀਜ਼ਨ. ਠੀਕ ਹੈ. ਐਂਡ ਦੈਟਸ ਵਾਈ ਦਿਸ ਸੈੱਲ ਸਾਈਕਲ basically having an orderly sequence of events in which cell duplicate itself and divide into two. So ਪਹਿਲਾਂ ਹੀ ਤੁਹਾਨੂੰ ਮੈਂ ਗੱਲ ਦੱਸ ਚੁੱਕੀ ਹਾਂ. And it is an essential mechanism to reproduce in unicellular as well as the multicellular organisms. So its aim to pass on its genetic information to next generation. ठीक है. So that's why it has to be carried out. ठीक है. And in prokaryote cell replicate by a process called as binary fission. In eukaryote so cell cycle has the 4 phases. So ਆਪਣੇ ਕੋਲ 4 basic phases ਨੇਗੇ. 4 ਬੇਸਿਕ ਫੇਜ਼ਿਸ ਦੇ ਵਿੱਚੋਂ 4 ਵੀ ਕਹਿ ਲਓ ਜਾਂ ਆਪਾਂ ਕਹਿ ਲਈਏ ਕਿ ਬੇਸਿਕਲੀ 2 ਮੇਨ ਫੇਜ਼ ਨੇਗੇ. 2 ਮੇਜਰ ਮੇਨ ਫੇਜ਼ਿਸ ਨੇਗੇ ਜਦੋਂ ਆਪਾਂ ਇੱਕ ਸੈੱਲ ਸਾਈਕਲ ਜਦੋਂ ਕਰਦੇ ਹੋ ਜਾਂ ਸੈੱਲ ਡਿਵੀਜ਼ਨ ਜਦੋਂ ਕਰਦੇ ਹੋ. ਸੋ ਜਿਹੜਾ ਆ ਤੁਹਾਡੇ ਕੋਲ ਫੇਜ਼ ਹੈ ਹੈਵਿੰਗ ਦ ਕਲਰ ਗ੍ਰੀਨ ਵਨ ਐਂਡ ਮਹਿਰੂਨ ਐਜ਼ ਵੈਲ ਐਜ਼ ਦ ਮਸਟਰਡ ਸ਼ੇਡ ਵਾਲੇ ਜਿਹੜੇ ਐਰੋ ਨੇਗੇ. ਠੀਕ ਹੈ. ਆਲ ਦੀਜ਼ are a part of interphase. A interphase ਦਾ part ਹੈ. That means interphase is a prolonged phase. ਜ਼ਿਆਦਾ ਲੰਬਾ phase ਹੈ as comparatively that of this one. This is the M phase. M phase ਜਾਂ ਜਿਹਨੂੰ ਤੁਸੀਂ ਕਹਿ ਸਕਦੇ ਹੋ mitotic phase. ਕਲੀਅਰ. ਸੋ ਮਤਲਬ ਜਿਹੜੇ ਸੈੱਲ ਸਾਈਕਲ ਦੇ ਫੇਜ਼ਿਸ ਨੇਗੇ ਮੇਜਰਲੀ 2 ਹਿੱਸਿਆਂ ਦੇ ਵਿੱਚ ਡਿਵਾਈਡਡ ਹੈ. ਵਨ ਇਜ਼ ਇੰਟਰਫੇਜ਼ ਐਂਡ ਵਨ ਇਜ਼ ਮੈਟਾਫੇਜ਼. ਇੰਟਰਫੇਜ਼ ਦੇ ਵਿੱਚ ਸੈੱਲ ਅੰਡਰਗੋਜ਼ ਦ ਰੈਸਟਿੰਗ ਸਟੇਜ. ਠੀਕ ਹੈ. ਐਂਡ ਮੇਕਿੰਗ ਇਟ ਸੈਲਫ ਟੂ ਪ੍ਰੀਪੇਅਰ ਫॉर द ਸੈੱਲ ਡਿਵੀਜ਼ਨ ਐਂਡ ਇਟ ਰਿਸਟੋਰਸ ਦ ਕੰਟੈਂਟ ਔਰ ਦ ਨਰਿਸ਼ਮੈਂਟ ਫॉर देयर ਡਿਵੀਜ਼ਨ. ਠੀਕ ਹੈ. ਸੋ ਇੱਕ ਨਰਿਸ਼ਮੈਂਟ ਲੈਂਦਾ ਵਾ. ਨਰਿਸ਼ਮੈਂਟ ਇਨ ਦਾ ਸੈਂਸ ਨਰਿਸ਼ਮੈਂਟ ਕਹਿ ਸਕਦੇ ਹੋ ਜਾਂ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਟੀਨਸ ਦੀ ਜਿਹੜੀ ਫਾਰਮੇਸ਼ਨ ਹੈ ਉਹ ਟੇਕ ਪਲੇਸ ਹੁੰਦੀ ਹੈ. DNA ਹੈ ਉਹ ਰੈਪਲੀਕੇਟ ਹੁੰਦਾ ਜਾਂ RNA ਦੀ ਫਾਰਮੇਸ਼ਨ ਹੈ ਉਹ ਟੇਕ ਪਲੇਸ ਹੁੰਦੀ ਹੈ. ਸੋ ਦੈਟ ਮੀਨਸ ਇਟ ਮੇਕ itself ready for entering into the mitotic phase. ਠੀਕ ਹੈ. ਸੋ M phase ਦੇ ਵੱਲ ਨੂੰ ਉਹ ਐਂਟਰ ਕਰਵਾਉਂਦਾ ਵਾ ਆਪਣੇ ਆਪ ਨੂੰ ਐਂਡ ਤਾਂ ਕਿ ਉਹ ਅੱਗੇ ਫਰਦਰ ਜਾ ਕੇ ਡਿਵਾਈਡ ਹੋ ਸਕੇ. ਸੋ ਜਿਹੜਾ ਇੰਟਰਫੇਜ਼ ਹੈ ਦਿਸ ਇੰਟਰਫੇਜ਼ ਇਜ਼ ਡਿਵਾਈਡਡ ਇੰਟੂ 3 ਮੇਜਰ ਫੇਜ਼ਿਸ that is termed to be as G1, S phase,
G2 phase, ठीक है। वैसे ये तीन मेजरली फेजिस कहे जाते हैं इंटरफेस दे, G1S एंड G2, G1S एंड G2। इस दे नाल एक होर ये फेज आता दैट इज टर्म टू बी एज G0, ठीक है राजे। सो अपने को 4 मेजर फेजिस ने इतने, वैसे इतने ड्रॉ नहीं किया होगा बट अपने को एक नैक्सट होर डायग्राम है उस कंप्लीटली ड्रॉन है, वो ज़्यादा क्लैरीफाइड हो जाएगा G0 फेज। सो मतलब अपने को मेजरली 4 फेजिस के इंटरफेस में डिवाइड ऑन किया गया। वन इज़ G1, then S phase and G2 and G0 phase। ਜਿਹੜਾ G1 phase है, this is the G1, this green one। ਇਹ ਜਿਹੜਾ G1 phase है, G1 phase is also having a longer phase है and it produce extra organelles। extra organelles the formation नहीं करता just like ribosomes which will lead to the formation of the proteins, ठीक है। एंड प्रोटीन्स विच हेल्प इन द रेप्लीकेशन ऑफ द DNA। तो दैट मीनस कि ਜਿਹੜੇ ਇਹਦੇ ਵਿੱਚ ਕੀ ਹੈ ਕਿ ਜਿਹੜੇ ਸੈੱਲ ਹੈ, ਸੈੱਲ ਆਪਣੇ ਵਿੱਚ ਕੀ ਆ ਆਰਗੇਨੈਲਿਸ ਦੀ ਫਾਰਮੇਸ਼ਨ ਕਰਦਾ ਵਾ ਐਂਡ ਐਜ਼ ਵੈਲ ਐਜ਼ ਦੇयर इज़ अ ਫਾਰਮੇਸ਼ਨ ऑफ proteins also which make itself to enter into the another phase that is the S2 phase। clear? So that means here growth and normal metabolic role will be take place which will lead to the entering into the S phase। so this is the main thing कि इस विच कह लो कि organelles form ਹੁੰਦੀਆਂ ਨੇ, proteins form ਹੁੰਦੇ ਆ which further enter into the S phase। and this S phase obvious है as ਦਾ मतलब ਹੋਇਆ synthesis किस चीज़ की होएगी, that will be of the DNA। so DNA ਦੀ synthesis ਜਿਹੜੀ ਹੈ that has to be occur in case of S type of phase ਜਿਹਦੇ ਕਰਕੇ ਇਹਦਾ ਨਾਮ ਰੱਖਿਆ ਗਿਆ ਵਾ ਐਸ ਫੇਜ਼, ਠੀਕ ਹੈ। ਐਂਡ ਜਿਹੜੀ ਇਸ ਦੇ ਵਿੱਚ ਕੀ ਹੈ DNA ਦੀ ਸਿੰਥੇਸਿਸ ਹੁੰਦੀ ਹੈ ਪਲੱਸ ਇਸ ਦੇ ਨਾਲ ਨਾਲ ਹੋਰ ਵੀ ਕਹਿ ਲਓ ਕਿ ਪ੍ਰੋਟੀਨਸ ਕੰਪੋਨੈਂਟ ਜਿਹੜੇ ਨੇਗੇ ਨਾਲ ਅਟੈਚਡ ਹੁੰਦੇ ਨੇਗੇ ਵਿਚ ਵਿਲ ਫਰਦਰ ਅਟੈਚ ਆ ਗਏ ਸੌਰੀ that also to be get formed so that it enters into the another phase that is termed to be as G2 phase। so G2 phase ਜਿਹੜਾ ਵਾ ਨੈਕਸਟ ਆ ਜਾਂਦਾ ਵਾ phase to that of the S phase and it preparing the cell for entering into the M phase ਤਾਂ ਕਿ ਉਹ M phase ਵੱਲ ਨੂੰ ਮੂਵ ਕਰ ਸਕੇ ਬਿਕੋਜ਼ ਆ ਐਰੋ ਇੱਧਰ ਨੂੰ ਮੂਵ ਕਰ ਰਿਹਾ ਨਾ। ਸੋ M phase ਵੱਲ ਨੂੰ ਇਹ ਸੈੱਲ ਜਿਹੜਾ ਮੂਵ ਕਰ ਸਕੇ ਸੌਰੀ ਸੋ ਉਸਦੇ ਲਈ ਕੀ ਹੈ here also growth and there is a preparation for the mitosis will be taking place and how that will occur by the formation of the microtubules ਜਿਹੜੇ ਆ microtubules ਵੀ ਕਹਿ ਸਕਦੇ ਆ ਪਲੱਸ ਲਾਈਕ ਜਿਵੇਂ ਤੁਸੀਂ ਕਹਿੰਦੇ ਕਿ ਐਸਟਰ ਫਾਰਮੇਸ਼ਨ ਜਿਹੜੀ ਹੈ ਸੈਂਟਰੀਓਲਸ ਦੀ ਅਰੇਂਜਮੈਂਟ ਜਿਹੜੀ ਹੈ that has to be occur which will lead to the formation of microtubules and make the chromosomes to be get separated during the time of एनाफेज, ठीक है ना। ये चीज़ां ਜਿਹੜੀਆਂ ਨੇ ਕਿ ਉਹਨਾਂ ਚੀਜ਼ਾਂ ਦੀ ਫਾਰਮੇਸ਼ਨ ਹੁੰਦੀ ਹੈ ਜਦੋਂ ਕਿ ਸੈਪਰੇਸ਼ਨ ਲਈ ਆਪਣੇ ਕੋਲ ਇੱਕ ਕੰਟੈਂਟ ਚਾਹੀਦਾ ਵਾ ਐਂਡ ਦੈਟ ਕੰਟੈਂਟ ਇਜ਼ ਫਾਰਮਡ ਇਨ ਕੇਸ ਆਫ G2 ਫੇਜ਼। ਤਾਂ G2 ਫੇਜ਼ ਦੇ ਵਿੱਚ ਉਸ ਤਰੀਕੇ ਦੇ ਪ੍ਰੋਟੀਨਸ ਦੀ ਫਾਰਮੇਸ਼ਨ ਹੁੰਦੀ ਹੈ ਪਲੱਸ ਮਾਈਕਰੋਟਿਊਬਿਊਲਸ ਦੀ ਫਾਰਮੇਸ਼ਨ ਹੁੰਦੀ ਹੈ ਤਾਂ ਕਿ ਜਿਹੜੀ ਸਪਿੰਡਲ ਫਾਰਮੇਸ਼ਨ ਕਰਨ ਦੇ ਵਿੱਚ ਵੀ ਹੈਲਪ ਕਰ ਸਕਣ, ਠੀਕ ਹੈ। ਸੋ ਦੈਟਸ ਵਾਈ ਦਿਸ G2 ਫੇਜ਼ ਵਿਲ ਐਂਟਰ ਇਨਟੂ ਦ M ਫੇਜ਼, ਠੀਕ ਹੈ। ਆਪਣੇ ਕੋਲ ਇੱਕ ਆਉਂਦਾ ਫੇਜ਼ ਹੁਣੀ ਮੈਂ ਤੁਹਾਨੂੰ ਗੱਲ ਕੀਤੀ ਸੀ G0 ਫੇਜ਼ ਆਉਂਦਾ ਕਿੱਥੇ ਕਾ ਇਸ G1 ਫੇਜ਼ ਦੇ ਕੋਲੋਂ, ਆਹ ਵਾਲਾ G1 ਫੇਜ਼ ਦੇ ਕੋਲੋਂ ਇਸ ਦੇ ਵਿੱਚੋਂ ਕੀ ਹੈ ਇਟ ਮੂਵਿੰਗ ਟੂਵਰਡਸ G0 ਆਲਸੋ। G0 ਦੇ ਵਿੱਚ ਕੀ ਹੈ G0 ਦੇ ਵਿੱਚ ਕੀ ਹੋਏਗਾ ਕਿ ਜਿਹੜੇ ਕੁਝ ਸੈਲਸ ਨੇਗੇ ਕੁਝ ਤਾਂ ਜਿਹੜੇ ਆ ਐਂਟਰ ਕਰ ਜਾਣਗੇ ਇਨਟੂ ਦ S ਫੇਜ਼, ਠੀਕ ਹੈ, ਵਿਚ ਆਰ ਰੈਡੀ ਟੂ ਡਿਵਾਈਡ ਬਟ ਸਮ ਸੈਲਸ ਆਰ ਨਾਟ ਟੂ ਬੀ ਗੈਟ ਡਿਵਾਈਡ ਔਨ ਲਾਈਕ ਜਿਵੇਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਨਿਊਰੋਨਸ ਨੇ ਹੈ ਨਾ ਇੱਕ ਵਾਰੀ ਬਣ ਗਈਆਂ ਨਿਊਰੋਨਸ ਜਿਹੜੀ ਬ੍ਰੇਨ ਦੀਆਂ ਨੇ ਉਹ ਬਣ ਚੁੱਕੀਆਂ ਸੋ ਦੇ ਡੋਂਟ ਨੀਡ ਐਨੀ ਕਾਈਂਡ ਆਫ ਸੈਲ ਡਿਵੀਜ਼ਨ ਟੂ ਟੇਕਿੰਗ ਔਨ, ਠੀਕ ਹੈ। ਸੋ ਦੈਟਸ ਵਾਈ ਦੇ ਵਿਲ ਐਂਟਰ ਇਨਟੂ ਦ G0 ਫੇਜ਼, ਕਲੀਅਰ। ਸੋ G0 ਜਾਂ ਰੈਸਟਿੰਗ ਫੇਜ਼ ਕਹਿ ਸਕਦੇ ਹਾਂ ਜਿਸ ਵਿੱਚ ਕੋਈ ਡਿਵੀਜ਼ਨ ਜਿਹੜੀ ਉਹ ਟੇਕ ਪਲੇਸ ਨਹੀਂ ਹੁੰਦੀ ਹੈਗੀ, ਠੀਕ ਹੈ। ਸੋ ਦਿਸ ਇਜ਼ ਦ ਮੇਨ ਓਵਰਵਿਊ ऑफ योर सेल साइकिल, ठीक है। सो ये बारे आप करांगे वन बाय वन कि किद्दां जिहड़े कह लो कि हर एक फेज़ का की फंक्शन है किवें ये रैगूलेट ऑन हुंदा वा, क्लियर।
and how it will get proceeding towards the different phases which will lead to the cell to divide. Okay, and for this particular cycle it requires main checkpoints. checkpoints in the sense कि ਜਿਵੇਂ ਹੁਣ ਆਪਾਂ phases ਦੀ ਗੱਲ ਕਰ ਲਈ ਕਿ ਇੱਥੇ ਆ ਹੋਏਗਾ, ਇੱਥੇ ਆ ਹੋਏਗਾ, ਇੱਥੇ ਆ ਹੋਏਗਾ, ਉਸ ਚੀਜ਼ਾਂ ਨੂੰ ਚੈੱਕ ਕਰਨ ਲਈ ਕਿ ਇਹ ਜਿਹੜਾ ਕੰਮ ਹੈ ਉਹ ਸਹੀ ਹੋ ਰਿਹਾ, ਕਿ ਕਹਿ ਲਓ ਕਿ ਜਿਹੜਾ ਸੈੱਲ ਹੈ, ਸੈੱਲ ਦੇ ਵਿੱਚ ਜੋ ਕੰਮ ਚੱਲ ਰਿਹਾ, DNA ਜਿਹੜੀ ਸਿੰਥਸਿਸ ਹੋਈ ਹੈ ਜਾਂ ਰੈਪਲੀਕੇਸ਼ਨ ਹੋਈ ਹੈ ਉਹ ਸਹੀ ਹੋਈ ਹੈ, ਕੋਈ ਡੈਮੇਜ ਤਾਂ ਨਹੀਂ ਹੈਗਾ, ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਹੈਗੀ। ਸੋ ਉਹ ਜਿਹੜੀਆਂ ਚੀਜ਼ਾਂ ਨੇਗੀਆਂ ਦੈਟ ਇਜ਼ ਟਰਮ ਟੂ ਬੀ ਐਸ ਚੈੱਕ ਪੁਆਇੰਟਸ। ਠੀਕ ਹੈ, ਸੋ ਚੈੱਕ ਪੁਆਇੰਟਸ ਦੇ ਆਰ ਬੇਸਿਕਲੀ ਦਾ ਕੁਆਲਿਟੀ ਅਸ਼ੋਰੈਂਸ ਪੁਆਇੰਟਸ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ। ਸੋ ਕੁਆਲਿਟੀ ਨੂੰ ਅਸ਼ੋਰ ਕਰਦੇ ਨੇ ਕਿ ਵੀ ਸਹੀ ਹੈ ਕਿ ਨਹੀਂ ਹੈ। ਠੀਕ ਹੈ, ਤਾਂ ਹੀ ਉਹਨੂੰ ਇੱਕ ਕਹਿ ਲਓ ਕਿ ਸਿਗਨਲ ਪ੍ਰੋਵਾਈਡ ਕਰਦੇ ਹਾਂ ਕਿ ਬਈ ਹੁਣ ਆਹ ਫੇਜ਼ ਤੋਂ ਦੂਸਰੇ ਫੇਜ਼ ਵੱਲ ਨੂੰ ਮੂਵ ਕਰ ਜਾ। clear? So here we are having the three major checkpoints, तीन major checkpoints ने अपने को, one in late G1 phase, ठीक है, G1 phase ਦੇ ਵਿੱਚ ਹੈ, and that G1 phase, late G1 phase checkpoint where the cell commits to cell cycle entry and chromosome duplication will be taking place. So ਆ ਜਿਹੜਾ ਵਾ ਚੀਜ਼ ਚੈੱਕ ਕੀ ਕਰਦਾ ਵਾ ਕਿ ਸੈੱਲ ਜਿਹੜਾ ਕਮਿਟ ਕਰ ਰਿਹਾ ਵਾ ਸੈੱਲ ਸਾਈਕਲ ਦੀ ਐਂਟਰੀ ਲਈ, ਜਾਂ ਕਹਿ ਲਓ ਕਿ ਕ੍ਰੋਮੋਸੋਮ ਡੁਪਲੀਕੇਸ਼ਨ ਜਿਹੜੀ ਹੈ ਉਹ ਟੇਕ ਪਲੇਸ ਹੋ ਰਹੀ ਕਿ ਨਹੀਂ ਹੋ ਰਹੀ ਹੈ, ਬਿਕੋਜ਼ ਦਿਸ G1 ਹੈਜ਼ ਟੂ ਐਂਟਰ ਇਨਟੂ ਦ S phase. ठीक है, so that's why it is also checking the G1 phase also and plus the starting phases of the S phase. ठीक है, सो मतलब ਜਿਹੜੀ सेंसेस है या रेप्लिकेशन है या डुप्लीकेशन है, सो उस चीज़ ਨੂੰ भी कह लो कि ਇਹ देखदा वा। ठीक है, एंड नेक्स्ट इज सेकंड ਜਿਹੜਾ ਆਉਂਦਾ ਵਾ G2 and M checkpoint, G2 and M checkpoint. ठीक है, where the control system triggers the early mitotic events. Obvious है early mitotic events होंगे because a G2 और M दे in between वाला portion है, like this one G2 and M आ वाला। ठीक है, सो इस चीज़ ਦੇ ਵਿੱਚ ਕੀ ਹੋਏਗਾ ਕਿ ਕੰਟਰੋਲ ਸਿਸਟਮ अर्ली ਜਿਹੜੇ ਮਾਈਟੋਟਿਕ ਇਵੈਂਟਸ ਹੋਣਗੇ ਉਸ ਦੇ ਵਿੱਚ ਦੇਖੇਗਾ ਕਿ ਕੋਈ ਕਮੀ ਤਾਂ ਨਹੀਂ, ਦੈਟ ਵਿਲ ਲੀਡ ਟੂ ਦ ਕ੍ਰੋਮੋਸੋਮ ਅਲਾਈਨਮੈਂਟ ਔਨ ਦ ਸਪਿੰਡਲ, ਕਿ ਕ੍ਰੋਮੋਸੋਮ ਦੀ ਅਲਾਈਨਮੈਂਟ ਸਪਿੰਡਲ ਦੇ ਉੱਤੇ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈਗੀ ਇਨ ਕੇਸ ਆਫ ਮੈਟਾਫੇਜ਼। ਐਂਡ ਥਰਡ ਐਂਡ ਮੋਸਟ ਇੰਪੋਰਟੈਂਟ ਦੈਟ ਇਜ਼ ਦ ਮੈਟਾਫੇਜ਼ ਟੂ ਐਨਾਫੇਜ਼ ट्रांजिशन। एंड ਇਹਦੇ ਉੱਤੇ ਕੁਐਸਚਨਸ ਬਹੁਤ ਤੁਹਾਡੇ ਨੈਟ ਦੇ ਉੱਤੇ ਆਉਂਦੇ ਆ, ਨੈਟ ਦੇ ਪੇਪਰ ਦੇ ਵਿੱਚ ਆਣਗੇ। ਠੀਕ ਹੈ, ਮੈਟਾਫੇਜ਼ ਟੂ ਐਨਾਫੇਜ਼ ट्रांजिशन। ठीक है, where the control system stimulates the sister chromatid separation, कि separation properly हो रही है। ठीक है, कि स्पिंडल ਜਿਹੜੇ ਨੇ ਉਹ ਸੈਪਰੇਟ ਆਊਟ ਹੋਏ, ਜਿਨ੍ਹਾਂ ਨਾਲ ਕ੍ਰੋਮੈਟਿਡਸ ਜਿਹੜੇ ਨੇਗੇ ਉਹਨਾਂ ਦੀ ਸੈਪਰੇਸ਼ਨ ਹੋਈ ਕਿ ਨਹੀਂ ਹੋਈ, ਦੈਟ ਵਿਲ ਲੀਡਿੰਗ ਟੂ ਦ ਕੰਪਲੀਸ਼ਨ ਆਫ ਦ ਮਾਈਟੋਸਿਸ ਐਂਡ ਸਾਈਟੋਕਾਈਨੈਸਿਸ। ਸਾਈਟੋਕਾਈਨੈਸਿਸ ਦੇ ਵਿੱਚ ਕੀ ਹੈ ਕਿ ਸਾਈਟੋਪਲਾਜ਼ਮ ਜਿਹੜਾ ਵਾ ਉਸਦੀ ਜਿਹੜੀ ਡਿਵੀਜ਼ਨ ਹੈ ਉਹ ਟੇਕ ਪਲੇਸ ਹੋਈ कि नहीं हुई हैगी। ठीक है, सो दैट आल्सो टू बी रेगुलेटेड बाय मीन्स ऑफ मेटाफेज टू एनाफेज टाइप ऑफ ट्रांजिशन चेक पॉइंट। ठीक है, सो अपने को तीन मेजर चेक पॉइंट्स ने, लेट G1 चेक पॉइंट, second is the G2 M check point and the third is metaphase to anaphase check point। clear? ਤਾਂ ਇਹ ਤਿੰਨੋਂ ਚੀਜ਼ਾਂ ਹੀ ਡਿਸਾਈਡ ਔਨ ਕਰਦੀਆਂ ਨੇ ਕਿ ਸੈੱਲ ਸਾਈਕਲ ਜਿਹੜਾ ਵਾ ਕਿਸ ਤਰੀਕੇ ਨਾਲ ਰੈਗੂਲੇਟ ਔਨ ਹੋਏਗਾ। clear? ਸੋ ਹੇਅਰ ਇਨ ਦਿਸ ਡਾਇਗਰਾਮ, ਆਹ ਡਾਇਗਰਾਮ ਦੇ ਵਿੱਚ ਇਹੀ ਚੀਜ਼ ਨੂੰ ਕਹਿ ਲਓ ਕਿ ਆਪਾਂ ਸ਼ੋ ਔਨ ਕੀਤਾ ਵਾ ਕਿੱਥੇ ਕਿੱਥੇ ਚੈੱਕ ਪੁਆਇੰਟਸ ਆਏ ਨੇਗੇ। ਲਾਈਕ ਫਸਟ ਜਿਹੜਾ ਚੈੱਕ ਪੁਆਇੰਟ ਸੀ ਦੈਟ ਇਜ਼ ਇਨ ਲੇਟ G1। ਠੀਕ ਹੈ, ਉਹਦੇ ਵਿੱਚ ਕੀ ਹੈ ਦੈਟ ਇਜ਼ ਚੈਕਿੰਗ ਫॉर द ਨਿਊਟ੍ਰੀਐਂਟਸ, growth factor as well as DNA damage। ਠੀਕ ਹੈ, then we are having a G2 checkpoint here in between the G2 as well as the M phase. So that is checking for the cell size as well as the DNA replication, and plus third ਜਿਹੜਾ ਆਪਣੇ ਕੋਲ checkpoint ਆਉਂਦਾ that is the metaphase checkpoint, metaphase and anaphase checkpoint, we are checking for the chromosome spindle attachment as well as the detachment of the chromatid, sister chromatids is going on or not। ठीक है, so this is the major overview of your cell cycle। ਜਸਟ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਜਸਟ ਇੱਕ ਓਵਰਵਿਊ ਦਿੱਤਾ ਕਿ ਪਹਿਲਾਂ ਜਸਟ ਤੁਸੀਂ ਪਹਿਲਾਂ ਇਸ ਚੀਜ਼ ਨੂੰ ਸਮਝ ਲਓ, ਦੇਖ ਲਓ ਕਿ ਕੀ ਹੈਗਾ ਵਾ ਸੈੱਲ ਸਾਈਕਲ। ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ,
ਦੇਖਣ 'ਚ ਜਾਂ ਸੁਣਨ ਦੇ ਵਿੱਚ ਥੋੜ੍ਹਾ ਬੋਰਿੰਗ ਲੱਗਦਾ ਵਾ, ਬਟ ਇਹ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈਗਾ। ਜੇ ਚੀਜ਼ ਤੁਸੀਂ ਪਹਿਲਾਂ ਅਗਰ ਤੁਹਾਨੂੰ ਇਹ ਓਵਰਵਿਊ ਸਮਝ ਆ ਗਿਆ, ਆਈ ਥਿੰਕ ਬਾਕੀ ਚੀਜ਼ਾਂ ਕਰਨੀਆਂ ਵੀ ਸੌਖੀਆਂ ਲੱਗਣਗੀਆਂ। ਕਲੀਅਰ? ਸੋ ਦਿਸ ਇਜ਼ ਇਟ ਰਿਗਾਰਡਿੰਗ ਦ ਓਵਰਵਿਊ ਆਫ ਦ ਸੈਲ ਸਾਈਕਲ।